अगर शोर मचावेंगी तो मैं तेन मार देता वो फिर डरदी मारी वो बेचारी डर गई उन्होंने पढ़ने की बहुत कोशिश की लेकिन वो बंदा सी असी औरतां सी वो बच गई ਜਿਹਦੇ ਪਿੱਛੇ ਪਿੱਛੇ ਰਹੀ ਅੱਗੇ ਪਿੱਛੇ ਅੱਗੇ ਅਗਵਾ ਕਰਨਾ ਚਾਹੁੰਦਾ ਸੀ कि बच्ची ਨੂੰ पता नहीं साढ़े नसीब बच्चे। अस्सलाम वालेकुम नाज़रीन, मैं हूं एडी मलिक और मैं इस वक्त थाना लियाकताबाद के एक इलाके में मौजूद हूं जहां तकरीबन 12 साल लड़की जो काम से घर वापस आ रही थी और एक उबाश शख्स उसे बाज़ार के एक चौक में रोककर उसके साथ गलत हरकतें करने की उसने कोशिश की। बच्ची ने जब शोर मचाया और शोर मचाने के बाद जब उसने अपने घर आकर बताया कि मुझे इस तरह से छेड़ा गया और मुझे इस तरह से एक शख्स जो है वो हरासा कर रहा था, तो उसके बाद क्या कार्रवाई हुई है। मेरे साथ उस बच्ची की वालिदा मौजूद है, उनसे जानते हैं कि ये सारा वाक़या क्या हुआ था। अच्छा बहन, मुझे बताएं कि आपकी बेटी कहाँ काम पर जाती थी और कब वापस आ रही थी और किस दिन ये वाक़या सारा हुआ था? काम तो वापसी आ रही से एक भाई वड्डी उम्र ਦਾ ਹੈਗਾ ਸੀ, ਬੱਚੀ ਸੀ 12 ਸਾਲ ਦੀ। ਅਸੀਂ ਉਹਨੂੰ ਨਹੀਂ ਜਾਣਦੇ ਕਿ ਕੌਣ ਸੀ ਜਾਂ ਕੌਣ ਨਹੀਂ। ਮੇਰੀ ਬੱਚੀ ਦੇ ਪਿੱਛੇ ਪਿੱਛੇ ਰਹੀ ਅੱਗੇ ਪਿੱਛੇ ਧਮਕੀਆਂ ਲਾਉਂਦਾ ਰਿਹਾ, ਗੰਦੀਆਂ ਗਾਲਾਂ। ਬੱਚੀ ਸ਼ੋਰ ਨਹੀਂ ਮਚਾਇਆ, ਬੱਚੀ ਬੋਲੀ ਕਿ ਤੂੰ ਸ਼ੋਰ ਮਚਾ ਸੇ ਤੇ ਮੈਂ ਤੈਨੂੰ ਮਾਰ ਦੇਸਾਂ, ਅਗਰ ਸ਼ੋਰ ਮਚਾਵੇਂਗੀ ਤਾਂ ਮੈਂ ਤੈਨੂੰ ਮਾਰ ਦੇਸਾਂ। ਉਹ ਫਿਰ ਡਰਦੀ ਮਾਰੀ ਉਹ ਵਿਚਾਰੀ ਡਰ ਗਈ, ਉਹਨੇ ਨਾ ਕੋਈ ਗੱਲ ਕੀਤੀ, ਅੱਗੇ ਤਿੱਖੀ ਟੁਰੀ। ਉਹਨੂੰ ਕਹਿੰਦਾ ਐਸਾ ਟੋਰ, ਕਦੀ ਉਹਦੇ ਅੱਗੇ ਹੋ ਜਾਂਦਾ ਸੀ ਕਦੀ ਪਿੱਛੇ ਹੋ ਜਾਂਦੀ, ਗੰਦੀਆਂ ਗਾਲਾਂ ਦਿੰਦਾ ਸੀ। ਤੇ ਬੱਚੀ ਨੇ ਜਦੋਂ ਉੱਥੇ ਸ਼ੋਰ ਮਚਾਇਆ ਸੀ ਉਸ ਬਾਜ਼ਾਰ ਦੇ ਵਿੱਚ ਤੇ ਲੋਕਾਂ ਨੇ ਵੇਖਿਆ ਨਹੀਂ, ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂ ਉਸ ਬੰਦੇ ਨੂੰ ਫੜਨ ਦੀ ਕੋਸ਼ਿਸ਼ ਨਹੀਂ ਕੀਤੀ? ਬਾਜ਼ਾਰ ਸੀ, ਫੁੱਲ ਬਾਜ਼ਾਰ ਸੀ, ਕਿਉਂਕਿ ਰਸ਼ ਹੈਗਾ ਸੀ। ਰਸ਼ ਦੇ ਵਿੱਚ ਕੋਈ ਸੁਣਦਾ ਕਿਸੇ ਦੀ, ਕੋਈ ਵੀ ਨਹੀਂ ਸੁਣਦਾ। ਕਿਸੇ ਨੂੰ ਕੀ ਪਤਾ ਇਹਦਾ ਪਿਓ ਹੈ, ਭਰਾ ਹੈ ਜਾਂ ਕੀ ਲੱਗਦਾ ਕੀ ਨਹੀਂ ਲੱਗਦਾ, ਕਿਸੇ ਨੂੰ ਕੀ ਪਤਾ ਹੈ। ਬਾਜ਼ਾਰ ਦੀ ਹੋਰ ਗੱਲ ਹੁੰਦੀ, ਪਿੰਡਾਂ ਥਾਵਾਂ ਦੀ ਹੋਰ ਗੱਲ ਹੁੰਦੀ ਹੈ। ਤੇ ਜਦੋਂ ਬੱਚੀ ਘਰ ਆਈ ਸੀ, ਘਰ ਆ ਕੇ ਉਹਨੇ ਕੀ ਦੱਸਿਆ ਸੀ? ਬੱਚੀ ਘਰ ਆਈ ਹੈ, ਉਹਨੇ ਕਿਹਾ ਵੀ ਅੰਮੀ ਉਹ ਭਾਈ ਮੇਰੇ ਪਿੱਛੇ ਉਹਨੇ ਮੈਨੂੰ ਮਾਰਿਆ, ਉਹਨੇ ਮੈਨੂੰ ਮੰਦਾ ਚੰਗਾ ਵੀ ਬਹੁਤ ਬੋਲਿਆ। ਮੈਨੂੰ ਕਹਿੰਦਾ ਇੰਝ ਚੱਲ, ਤੇ ਮੈਂ ਕਿਹਾ ਵੀ ਮੈਂ ਇੱਧਰ ਜਾਣਾ, ਤੇ ਉਹਨੇ ਮੇਰੇ ਮੂੰਹ ਤੇ ਚੰਡ ਮਾਰੀ। ਜਦੋਂ ਮੇਰੇ ਮੂੰਹ ਤੇ ਉਹਨੇ ਚੰਡ ਮਾਰੀ, ਅੱਗੂ ਇੱਕ ਆਂਟੀ ਸੀ, ਆਂਟੀ ਅੱਗੂ ਕੇ ਅੱਗੇ ਗੁਜ਼ਰਦੀ ਪਈ ਸੀ। ਜਦੋਂ ਉਹ ਗੁਜ਼ਰੀ ਅੱਗੇ ਤੇ ਮੈਨੂੰ ਆਸਰਾ ਮਿਲ ਗਿਆ। ਆਂਟੀ ਦੀ ਸਾਈਡ ਤੇ ਉਹ ਲੰਘ ਤੇ ਮੈਂ ਕੱਲ ਨਾਲ ਘਰ ਆ ਗਈ, ਸੀੜੀਆਂ ਚਾੜਿਆ। ਉਹ ਸਾਡੀਆਂ ਸੀੜੀਆਂ ਦੇ ਵਿੱਚ ਵੀ ਆ ਤੇ ਬੰਦਾ ਐਡਾ ਬੇਚੱਕ ਸੀ, ਸਾਡੀਆਂ ਸੀੜੀਆਂ ਦੇ ਵਿੱਚ ਵੀ ਆ ਤੇ ਉਹ ਖੜਾ ਰਿਹਾ। ਜਦੋਂ ਕੁੜੀ ਆਣ ਕੇ ਰੋਕਰ ਲਾ ਕੇ ਮੈਨੂੰ ਦੱਸਿਆ, ਮੈਂ ਸੀ ਮੇਰੀ ਵੱਡੀ ਬੇਟੀ ਸੀ, ਮੈਂ ਅਸੀਂ ਥੱਲੇ ਲੈ ਕੇ ਗਈਆਂ। ਉਸ ਭਾਈ ਨੇ ਵੇਖਿਆ, ਮੈਂ ਕਿਹਾ ਭਾਈ ਉੱਤੇ ਆ, ਕੀ ਗੱਲ ਹੈ, ਕਿਉਂ ਕੁੜੀ ਨੇ ਮਾਰਿਆ, ਕੌਣ ਹੈ ਤੂੰ? ਮੈਂ ਤਾਂ ਤੈਨੂੰ ਜਾਣਦੀ ਨਹੀਂ। ਉਹ ਭਾਈ ਸਾਨੂੰ ਵੇਖ ਕੇ ਤੇ ਭੱਜ ਗਿਆ। ਜਦੋਂ ਸਾਨੂੰ ਵੇਖ ਕੇ ਉਹਨੇ ਵੱਜਣ ਦੀ ਕੋਸ਼ਿਸ਼ ਕੀਤੀ, ਅਸੀਂ ਦੋਵੇਂ ਮਾਵਾਂ ਦੀਆਂ ਥੱਲੇ ਲੈ ਗਈਆਂ ਸੀੜੀਆਂ ਤੋਂ। ਜਦੋਂ ਅਸੀਂ ਥੱਲੇ ਲੈ ਕੇ ਗਈਆਂ, ਉਸ ਭਾਈ ਨੂੰ ਫੜਨ ਦੀ ਬਹੁਤ ਕੋਸ਼ਿਸ਼ ਕੀਤੀ ਲੇਕਿਨ ਉਹ ਬੰਦਾ ਸੀ, ਅਸੀਂ ਔਰਤਾਂ ਸੀ, ਉਹ ਭੱਜ ਗਿਆ। ਅੱਛਾ, ਤੁਹਾਨੂੰ ਇਸ ਤੋਂ ਪਹਿਲੇ ਵੀ ਤੁਸੀਂ ਉਸ ਬੰਦੇ ਨੂੰ ਕਿਤੇ ਇੱਧਰ ਉੱਧਰ ਦੇਖਿਆ ਹੋਏ? ਅਸੀਂ ਇੱਧਰ ਉੱਧਰ ਨਹੀਂ ਜਾਣਦੇ ਉਹਨੂੰ, ਕਦੀ ਅਸੀਂ ਵੇਖਿਆ ਨਹੀਂ, ਉਹਨਾਂ ਦੀ ਸ਼ਕਲ ਹੀ ਨਹੀਂ ਅਸੀਂ ਕਦੀ ਵੇਖੀ, ਨਾ ਅਸੀਂ ਕਦੀ ਉਹਨਾਂ ਨੂੰ ਇਸ ਬਾਜ਼ਾਰ ਦੇ ਵਿੱਚ ਕਦੀ ਵੇਖਿਆ, ਨਾ ਅਸੀਂ ਜਾਣਦੇ। ਕੋਈ ਸਾਡੇ ਰਿਸ਼ਤੇਦਾਰ ਨਹੀਂ ਹਨ, ਕੋਈ ਪਤਾ ਸੁਰ ਨਹੀਂ ਹੈ ਕਿ ਕੌਣ ਹੈ ਜਾਂ ਕੌਣ ਨਹੀਂ ਹੈ। ਤੇ ਬੱਚੀ ਜਦੋਂ ਘਰ ਆਈ ਸੀ, ਬੱਚੀ ਦੀ ਹਾਲਤ ਕਿਸ ਤਰ੍ਹਾਂ ਸੀ? ਡਰੀ ਹੋਈ ਸੀ, ਸਹਿਮੀ ਹੋਈ ਸੀ? ਡਰੀ ਹੋਈ ਸੀ, ਬੱਚੀ ਰੋ ਰਹੀ ਸੀ। ਉਹਦੇ ਨਾ ਇਹ ਵਾਲੀਆਂ ਚੀਜ਼ਾਂ ਲਾਲੋ ਲਾਲ ਸੀ, ਕੁੱਟ ਕੇ ਹੋਈਆਂ। ਉਸ ਬੰਦੇ ਨੇ ਇੰਨਾ ਮਾਰਿਆ? ਇੱਥੇ ਵੀ ਦਾਗ ਸੀ ਇਸ ਤਰ੍ਹਾਂ। ਇਸ ਜਗ੍ਹਾ ਤੇ ਕਿਸ ਚੀਜ਼ ਦਾ ਨਿਸ਼ਾਨ ਸੀ? ਉਹਨੇ ਇਸ ਤਰ੍ਹਾਂ ਚੰਡ ਮਾਰੀ ਹੈ, ਇਹ ਵਾਲੇ ਉਂਗਲਾਂ ਦਾ ਪੰਜਾ ਨਾ ਉਹ ਇਹ ਬਾਤ ਲੱਗਾ ਸੀ। ਬੱਚੀ ਸੀ ਨਾਬਾਲਗ, ਵੱਡੀ ਔਰਤ ਹੁੰਦੀ, ਵੱਡੀ ਔਰਤ ਦਾ ਪੱਕਾ ਮਾਸ ਹੁੰਦਾ ਹੈ। ਉਹਦੇ ਇਹ ਵਾਲੇ ਚੀਜ਼ਾਂ ਦਾਗ ਸੀ। ਯਾਨੀ ਕਿ ਬੱਚੀ ਦੇ ਨਾਲ ਕਦੀ ਪਹਿਲੇ ਵੀ ਇਸ ਤਰ੍ਹਾਂ ਕੋਈ ਵਾਕਿਆ ਹੋਇਆ? ਕਦੀ ਵਾਕਿਆ ਨਹੀਂ ਇਸ ਤਰ੍ਹਾਂ। ਬੱਚੀ ਡੇਲੀ ਦੁਕਾਨ ਤੇ ਜਾਂਦੀ, ਕੋਈ ਪਰੇਸ਼ਾਨੀ ਕਿਸੇ ਕਿਸਮ ਦੀ ਨਹੀਂ ਹੈ। ਬੱਚੀ ਪਹਿਲੇ ਵਿਚਲੀ ਗਲੀ ਦੇ ਵਿੱਚ ਗੁਜ਼ਰ ਤੇ ਜਾਂਦੀ ਸੀ। ਬਾਰਿਸ਼ਾਂ ਦੀ ਮੌਸਮ ਸੀ, ਬਾਰਿਸ਼ ਆਈ ਸੀ, ਵਿਚਲੀ ਗਲੀ ਦੇ ਵਿੱਚ ਪਾਣੀ ਸੀ ਤੇ ਬੱਚੀ ਤਾਂ ਵਾਸਤੇ ਗਈ ਨਹੀਂ ਇੱਧਰੋਂ ਬਸ ਫਲੈਟਾਂ ਵੱਲੋਂ, ਲੇਕਿਨ ਵਾਪਸੀ ਤੇ ਇੱਧਰੋਂ ਆ ਰਹੀ ਸੀ। ਅੱਛਾ, ਉਹ ਵੀਡੀਓ ਜਿਹੜੀ ਹੈਗੀ ਆ ਉਹਦੇ ਵਿੱਚ ਵੀ ਸਾਫ਼ ਦਿਖਾਈ ਦੇ ਰਿਹਾ ਜੋ ਬੱਚੀ ਦੇ ਨਾਲ ਹਰਕਤ ਹੋ ਰਹੀ ਹੈ। ਉਸ ਤੋਂ ਬਾਅਦ ਤੁਸੀਂ ਪੁਲਿਸ ਨੂੰ ਨਹੀਂ ਇਨਫੋਰਮ ਕੀਤਾ, ਇਤਲਾਹ ਦਿੱਤੀ ਕਿ ਜੀ ਬੱਚੀ ਦੇ ਨਾਲ ਇਹ ਸਾਰਾ ਵਾਕਿਆ ਹੋਇਆ? ਅਸੀਂ ਗਏ ਆ, ਅਸੀਂ ਰਾਤ ਦੇ 12 ਦਾ ਟਾਈਮ ਸੀ, ਅਸੀਂ ਗਏ, ਅਸੀਂ ਦਰਖਾਸਤ ਦਿੱਤੀ ਹੈ, ਲੇਕਿਨ ਦਰਖਾਸਤ ਦੇ ਤੇ ਅਸੀਂ ਆ ਗਏ। ਮੇਰੇ ਬੱਚੇ ਦੀ ਸ਼ਾਦੀ ਰੱਖੀ ਹੋਈ ਸੀ, ਮੇਰੀ ਮਜਬੂਰੀ ਸੀ, ਮੈਂ ਸ਼ਾਦੀ ਵਿੱਚ ਮਸਰੂਫ ਹੋ ਗਈ ਹਾਂ, ਮੈਂ ਜਾ ਨਹੀਂ ਸਕੀ। ਪਤਾ ਨਹੀਂ ਪੁਲਿਸ ਵਾਲੇ ਇਹ ਕਹਿੰਦੇ ਸੀ, ਉਹਨਾਂ ਫੋਨ ਕਰਕੇ ਕਿਹਾ ਕਿ ਉਹ ਭਾਈ ਪਕੜਾ ਗਿਆ। ਅਸੀਂ ਨਹੀਂ ਵੇਖਿਆ, ਸਾਨੂੰ ਉਹਨਾਂ ਨਹੀਂ ਬੁਲਾਇਆ ਕਿ ਆਮੋ ਸਾਹਮਣੇ ਦੁਆ ਬਹਿਸ ਹੁੰਦੀ, ਮੁਤਾਲਬਾ ਹੁੰਦਾ ਹੈ, ਲੇਕਿਨ ਉਹਨਾਂ ਸਾਨੂੰ ਬੁਲਾਇਆ ਨਹੀਂ। ਜੇ ਸਾਨੂੰ ਬੁਲਾਉਂਦੇ ਤਾਂ ਸਾਨੂੰ ਇਸ ਚੀਜ਼ ਦਾ ਪਤਾ ਹੁੰਦਾ ਨਾ। ਮੈਂ ਮਸਰੂਫ ਸੀ, ਮੈਂ ਬੱਚੇ ਦੀ ਅਰਜੈਂਟ ਸ਼ਾਦੀ ਰੱਖ ਬੈਠੀ ਕਿਉਂਕਿ ਮੇਰੀ ਮਜਬੂਰੀ ਸੀ। ਠੀਕ ਹੈ, ਮੈਂ ਸ਼ਾਦੀ 'ਚ ਉਲਝ ਗਈ। ਮੈਂ ਕਿਹਾ ਦਰਖਾਸਤ ਦਿੱਤੀ ਹੋਈ ਹੈ ਤੇ ਫਿਰ ਮੈਂ ਬਾਅਦ 'ਤੇ ਫੜਾ ਲਵਾਂਗੀ। ਤੁਹਾਨੂੰ ਸਿਰਫ ਉਹਨਾਂ ਨੇ ਇਤਲਾਹ ਦਿੱਤੀ ਹੈ ਕਿ ਜੀ ਤੁਹਾਡਾ ਜਿਹੜਾ ਮੁਜਰਮ ਹੈਗਾ ਉਹ ਫੜਿਆ ਗਿਆ? ਹਾਂਜੀ, ਉਹਨਾਂ ਇਤਲਾਹ ਦਿੱਤੀ ਤੁਹਾਡਾ ਨਾ ਉਹ ਕਿਹੜਾ ਤੁਸੀਂ ਦਰਖਾਸਤ ਦਿੱਤੀ ਸੀ ਉਹ ਭਾਈ ਪਕੜਾ ਗਿਆ। ठीक है। बाद च नहीं पता कि वो फड़ के उन्होंने छड़ दिता है की कीता है, कोई पता नहीं है, कोई पता नहीं है। लेकिन दोबारा इतलाह दी तुहानू पुलिस ने दी ना पता है ना उन्हें साडा उस भाई नाल आमो सामना कराया कोई भाई कौन है कौन नहीं है।
ਆਮੋ ਸਾਹਮਣੇ ਖਲਵਾ ਕੇ ਅਗਲੇ ਪੁੱਛਦੇ ਨੇ, ਦੱਸਦੇ ਨੇ, ਹਾਂ ਭਾਈ ਕਿਉਂ ਤੂੰ ਜ਼ੁਲਮ ਕੀਤਾ। ਬੱਚੀ ਸੀ, ਵੱਡੀ ਔਰਤ ਥੋੜੀ ਸੀ। ਵੱਡਾ ਬੰਦਾ ਆਦਮੀ ਕਿਸੇ ਬੱਚੀ ਨਾਲ ਜ਼ੁਲਮ ਜਦੋਂ ਕਰਦਾ ਹੈ ਨਾ, ਬੱਚੀਆਂ ਵਾਲਾ ਬੰਦਾ ਨਹੀਂ ਕਰਦਾ, ਕਿੰਦੀਆਂ ਕਰਦੀਆਂ ਵਾ ਨਾ, ਉਹ ਬੰਦਾ ਨਹੀਂ ਕਿਸੇ ਨਾਲ ਜ਼ੁਲਮ। ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੀ ਬੱਚੀ ਨੂੰ ਉਹ ਜਿਸ ਤਰ੍ਹਾਂ ਉਹ ਹਰਕਤਾਂ ਕਰਦਾ ਪਿਆ ਸੀ, ਉਹ ਕੀ ਕਰਨਾ ਚਾਹੁੰਦਾ ਸੀ, ਕੀ ਉਹ ਬੱਚੀ ਦੇ ਨਾਲ ਕਰ ਸਕਦਾ ਸੀ? ਉਹ ਸੋਚ ਦੇ ਵਿੱਚ ਇਸ ਤਰ੍ਹਾਂ ਹੀ ਆਉਂਦੀ ਹੈ ਕਿ ਉਹ ਅਗਵਾ ਕਰਨਾ ਚਾਹੁੰਦਾ ਸੀ ਕਿ ਬੱਚੀ ਨੂੰ ਪਤਾ ਨਹੀਂ ਸਾਡੇ ਨਸੀਬ ਬੱਚੇ ਸੀ ਕਿ ਉਹ ਭਾਈ ਨੇ ਇਹ ਨਹੀਂ ਪੁੱਛਿਆ ਕਿ ਤੁਹਾਡਾ ਘਰ ਕਿਤੇ ਹੈ। ਉਹ ਕੁੜੀ ਕਿਹੜੀ ਹੈਗੀ ਸੀ, ਚੁੱਪ ਕਰਕੇ ਮਰੀਂਦੀ ਆਈ, ਕੁੱਟੀਂਦੀ ਆਈ, ਕਿਸ ਤਰ੍ਹਾਂ ਵੀ ਉਹ ਘਰ ਤੱਕ ਪਹੁੰਚ ਆਈ ਹੈ। ਉਹਨੂੰ ਭਾਈ ਨੂੰ ਨਹੀਂ ਪਤਾ ਸੀ ਕਿ ਇੱਧਰ ਇਹਨਾਂ ਦਾ ਘਰ ਹੈ। ਉਹ ਤਾਂ ਇੱਥੇ ਹੀ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਉਹ ਅਗਵਾ ਕਰਨਾ ਚਾਹੁੰਦਾ ਸੀ, ਜਾਂ ਜੋ ਵੀ ਹੈ ਰੱਬ ਨੂੰ ਪਤਾ ਹੈ ਜਾਂ ਉਸ ਭਾਈ ਨੂੰ ਪਤਾ ਹੈ, ਕਿਉਂਕਿ ਕਿਸੇ ਦਾ ਦਿਲ ਬੰਦਾ ਨਹੀਂ ਫਰੋਲ ਤੇ ਵੇਖਦਾ, ਸਾਨੂੰ ਇਹ ਚੀਜ਼ ਦਾ ਨਹੀਂ ਪਤਾ। ਬੱਚੀ ਦੀ ਕਿਸਮਤ ਅੱਛੀ ਸੀ, ਬੱਚੀ ਬਚ ਗਈ। ਬਚ ਗਈ ਏ। ਉਹ ਵਿੱਚੋਂ ਇੱਕ ਬਾਜੀ ਆਈ, ਉਹ ਬਾਜੀ ਗੁਜ਼ਰਨ ਲੱਗੀ ਹੈਗੀ ਤੇ ਬਾਜੀ ਦੇ ਬੁਲਾਵੇ ਨਾਲ ਕੁੜੀ ਲੰਘ ਕੇ ਤੇ ਸੀੜੀਆਂ ਚਾੜੇ। ਉਹ ਐਡਾ ਬੇਜਾਕ ਬੰਦਾ ਸੀ ਕਿ ਸਾਡੀਆਂ ਸੀੜੀਆਂ ਦੇ ਦਰਵਾਜ਼ੇ ਦੇ ਵਿੱਚ ਖਲਾ ਰਿਹਾ ਹੈ। ਉਹਨੂੰ ਡਰ ਨਹੀਂ ਆਇਆ ਕਿ ਪਤਾ ਨਹੀਂ ਕੁੜੀ ਘਰ ਜਾਵੇ, ਅੱਗੇ ਕੋਈ ਆਦਮੀ ਹੋਵੇ ਮੈਨੂੰ ਮਾਰ ਪੀਟ ਕਰਨ ਜਾਂ ਮੈਨੂੰ ਫੜ ਲਵਣ ਜਾਂ ਥਾਣੇ ਦੇਵਣ, ਉਹਨੂੰ ਇਸ ਗੱਲ ਦਾ ਯਕੀਨ ਕੋਈ ਡਰ ਹੀ ਨਹੀਂ ਹੈਗਾ ਸੀ। ਤੁਹਾਨੂੰ ਇਹ ਲੱਗਦਾ ਹੈ ਕਿ ਉਹ ਬੱਚੀ ਨੂੰ ਅਗਵਾ ਕਰਕੇ ਸ਼ਾਇਦ ਕੁਝ ਉਹਦੇ ਨਾਲ ਗਲਤ ਵੀ ਕਰ ਸਕਦਾ ਸੀ? ਕੁਝ ਵੀ ਕਰ ਤਾਂ ਸਕਦਾ ਸੀ, ਲੇਕਿਨ ਉਹ ਮੈਂ ਮਾਂ, ਮੈਂ ਕਿਸ ਤਰ੍ਹਾਂ ਕਵਾਂ, ਮੈਨੂੰ ਇਸ ਚੀਜ਼ ਦਾ ਨਹੀਂ ਪਤਾ, ਅੱਲਾ ਨੂੰ ਪਤਾ ਜਾਂ ਉਸ ਭਾਈ ਨੂੰ ਪਤਾ। ਲੇਕਿਨ ਹੁਣ ਤੁਸੀਂ ਕਹਿ ਰਹੇ ਹੋ ਕਿ ਜੀ ਪੁਲਿਸ ਨੇ ਤੁਹਾਨੂੰ ਦੱਸਿਆ ਕਿ ਜੀ ਅਸੀਂ ਉਸ ਬੰਦੇ ਨੂੰ ਫੜ ਲਿੱਤਾ ਹੈ। ਹੁਣ ਤੁਹਾਨੂੰ ਇਹ ਨਹੀਂ ਪਤਾ ਕਿ ਜੀ ਉਹ ਵਾਕਈ ਫੜਿਆ ਗਿਆ ਜਾਂ ਅਜੇ ਤੱਕ ਕੋਈ ਫੜਿਆ ਹੀ ਪਤਾ ਹੀ ਨਹੀਂ, ਸਾਨੂੰ ਪਤਾ ਹੀ ਨਹੀਂ, ਸਾਨੂੰ ਪੁਲਿਸ ਵਾਲਾ ਬੁਲਾਇਆ ਹੀ ਨਹੀਂ, ਸਾਡੀ ਕੋਈ ਉਹਨਾਂ ਸੁਣੀ ਨਹੀਂ। ਪੁਲਿਸ ਵਾਲੇ ਜਦੋਂ ਬੰਦਾ ਦਰਖਾਸਤ ਦਿੰਦਾ ਹੈ, ਅਗਲੇ ਕਿਹੜਾ ਬੱਚਾ ਵੀ ਦਰਖਾਸਤ ਉਹਨਾਂ ਨੇ ਆਪਣੀ ਮਰਜ਼ੀ ਦਾ ਕੀਤਾ ਹੈ। ਆਪਣੀ ਮਰਜ਼ੀ ਨਾਲ ਉਹਨਾਂ ਪਰਚਾ ਕੀਤਾ ਹੈ, ਨਹੀਂ ਕੀਤਾ, ਸਾਨੂੰ ਇਸ ਚੀਜ਼ ਦਾ ਵੀ ਨਹੀਂ ਪੱਕਾ ਪਤਾ। ਤੁਹਾਡੇ ਕੋਲ ਪਰਚੇ ਦੀ ਕੋਈ ਕਾਪੀ ਨਹੀਂ ਹੈ? ਸਾਡੇ ਕੋਲ ਪਰਚੇ ਦੀ ਕੋਈ ਕਾਪੀ ਨਹੀਂ ਹੈ, ਨਾ ਤੁਹਾਨੂੰ ਉਹਨਾਂ ਨੇ ਦਿੱਤੀ ਹੈ? ਨਾ ਸਾਨੂੰ ਉਹਨਾਂ ਦਿੱਤੀ। ਕਿਹੜੀ ਮੈਂ ਦਰਖਾਸਤ ਦਿੱਤੀ ਸੀ, ਉਸ ਦਰਖਾਸਤ ਦਾ ਟੋਕਨ ਹੈ ਮੇਰੇ ਕੋਲ, ਫੋਟੋ ਕਾਪੀ ਹੈ ਉਸ ਦਰਖਾਸਤ ਦੀ, ਲੇਕਿਨ ਸਾਨੂੰ ਉਹਨਾਂ ਬੁਲਾਇਆ ਨਹੀਂ ਹੈ। ਹੁਣ ਤੁਸੀਂ ਕੀ ਚਾਹੁੰਦੇ ਹੋ, ਕੀ ਹੋਣਾ ਚਾਹੀਦਾ? ਉਹ ਬੰਦੇ ਨੂੰ ਫੜਨਾ ਚਾਹੀਦਾ ਹੈ, ਉਹਨੂੰ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਉਹ ਦੁਬਾਰਾ ਕਿਸੇ ਬੱਚੀ ਦੇ ਨਾਲ ਨਾ ਇਹੋ ਜਿਹੀ ਹਰਕਤ ਕਰੇ? ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਉਹਨੂੰ ਸਜ਼ਾ ਹੋਣੀ ਚਾਹੀਦੀ ਹੈ, ਕਿਸੇ ਦੀ ਬੱਚੀ ਨੂੰ ਪਿੱਛਾ ਇਸ ਤਰ੍ਹਾਂ ਪਰੇਸ਼ਾਨ ਨਾ ਕਰੇ, ਕਿਸੇ ਗਰੀਬ ਦੀ ਇੱਜ਼ਤ ਨੂੰ ਨਾ ਪਵੇ, ਉਹਨੂੰ ਐਸੀ ਸਜ਼ਾ ਹੋਵੇ कि वो ज़िंदगी भर अपने बच्चों ने भी रोक मरे। जी बिल्कुल नाजरीन, हमारे गली मोहल्लों में हमारे जब बच्चे बाहर खेलते हैं तो फिर उसके बाद इस तरह के बेड़िए लोग भी इस माशरे में फिरते हैं जो बच्चों पर बुरी निगाह से वो उन पर निगाहें रखते हैं कि किसी न किसी तरीके से हम किसी बच्चे को अपनी बातों में वर्गलाएंगे, फिर उसके साथ क्या कुछ हो सकता है या क्या कुछ किया जा सकता है ये आप अंदाज़ा लगा सकते हैं। इस बच्ची की किस्मत अच्छी थी और घर उसका करीब था, उस शख्स को नहीं पता था कि ये बच्ची इस करीबी घर में रहती है और उसने भागकर अपनी जान बचाई और अपने घर आकर जब उसने अपनी माँ को बताया और माँ ने फिर उसके बाद जब पुलिस को इतला दी और माशाल्लाह से हमारी पुलिस की इतनी दबंग किस्म की कार्रवाई है कि उन्होंने अपनी मर्ज़ी की दफ़ात लगाकर मुकदमा दर्ज करवा दिया और उसके बाद इन